ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੀ ਤਿਹਾ ਹਉ ਕਰੀ ਵਗਿਆਣ ਸੋ ਕਹੋ ਟਲ ਗੁਰ ਸੇਵੀਐ ਅਹਣਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਚੱਟਿਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟਿਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਣ ਭਰਮਣੈ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਣ ਭਰਮਣੈ ਕੌਤਕ ਕੋੜ ਤਮਾਸਿਆ ਚਿਤ ਨ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ
ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਨੂੰ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲੋ ਹਾਜ਼ਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ। ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੀ ਹੋਈ ਜੈਤ ਸ੍ਰੀ ਦੀ ਵਾਰ ਵਿੱਚੋਂ ਆਪ ਜੀ ਨੇ ਪੌੜੀ ਨੰਬਰ 9 ਦਾ ਪਾਠ ਸਰਵਣ ਕੀਤਾ ਹੈ। ਪੌੜੀ ਦੇ ਨਾਲ ਇੱਕ ਸ਼ਲੋਕ ਹੈ। ਉਹ ਸ਼ਲੋਕ ਵੀ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਅੰਗ ਨੰਬਰ 707 ਅਤੇ 708 ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਬਖਸ਼ਿਸ਼ ਕੀਤੀ। ਸ਼ਲੋਕ ਦੇ ਅੰਦਰ ਇੱਕ ਸਵਰਗ ਤੇ ਇੱਕ ਨਰਕ ਦਾ ਜ਼ਿਕਰ ਕੀਤਾ ਹੈ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਹੜਾ ਸਵਰਗ ਮੰਨਿਆ ਜਾਂਦਾ ਹੈ। ਔਰ ਫਿਰ ਬੇਨਤੀ ਕਰ ਰਹੇ ਇੱਥੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਇਹ ਕੋਈ ਮੋਹਰ ਨਹੀਂ ਲਾ ਰਹੇ ਕਿ ਕੋਈ ਸਵਰਗ ਕੋਈ ਹੁੰਦਾ ਹੈ। ਇਹ ਮਨੌਤ ਹੈ। ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰਮਤਿ ਨੇ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਸਵਰਗ ਹੈ। ਪਰ ਇੱਕ ਤਾਂ ਸਵਰਗ ਉਹ ਹੈ ਕਿ ਜਿਹੜਾ ਮਰਨ ਤੋਂ ਬਾਅਦ ਇੱਕ ਬ੍ਰਾਹਮਣ ਨੇ ਸਾਨੂੰ ਦੱਸ ਦਿੱਤਾ ਔਰ ਸਾਡੇ ਦਿਲੋਂ ਦਿਮਾਗ 'ਚ ਬਿਠਾ ਦਿੱਤਾ ਕਿ ਮਰਨ ਤੋਂ ਬਾਅਦ ਸਵਰਗ ਹੁੰਦਾ ਹੈ, ਮਰਨ ਤੋਂ ਬਾਅਦ ਕੋਈ ਨਰਕ ਹੈ। ਔਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਮਝਾ ਰਹੇ ਨੇ ਕਿ ਸਵਰਗ ਜਿਹੜਾ ਵੀ ਕੋਈ ਹੁੰਦਾ ਸਵਰਗ ਇਹ ਮੰਨਿਆ ਗਿਆ ਕਿ ਬੜੀ ਸੋਹਣੀ ਕੋਈ ਥਾਂ ਹੈ। ਬਸੰਤ ਸਵਰਗ ਲੋਕ ਹੈ ਕਿ ਭਾਈ ਤੂੰ ਸਵਰਗ ਨੂੰ ਮੰਨਣ ਵਾਲੇ ਸਵਰਗਾ ਵਰਗੀ ਸੋਹਣੀ ਥਾਂ ਤੇ ਰਹਿੰਦਾ ਹੋਵੇ। ਪਹਿਲੋਂ ਇਹਨਾਂ ਦੋਨਾਂ ਪੰਕਤੀਆਂ ਦੇ ਜਿਹੜੇ ਅੱਖਰੀ ਅਰਥ ਕਰ ਲਈਏ। ਬਸੰਤ ਸਵਰਗ ਲੋਕ ਹੈ। ਬਸੰਤ ਲੋਕ ਤੋਂ ਭਾਵ ਬਸੰਤ ਦਾ ਅਰਥ ਵਸਦਾ ਹੋਵੇ, ਸਵਰਗ ਵਰਗੀ ਸੋਹਣੀ ਧਰਤੀ ਤੇ ਕੇਵਲ ਇਹ ਧਰਤੀ ਇੱਕ ਦੋ ਕਨਾਲ ਇੱਕ ਦੋ ਕਿੱਲੇ ਦੀ ਨਹੀਂ। ਕਹਿੰਦੇ ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ। ਇਹ ਸਾਰੇ ਦੇ ਸਾਰੇ ਧਰਤੀ ਨੌ ਖੰਡ ਜਿੰਨੀ ਵੀ ਧਰਤੀ ਹੈ
ਸਾਰੀ ਧਰਤੀ ਦਾ ਤੂੰ ਮਾਲਕ ਹੋਵੇ। ਸਵਰਗ ਵਰਗੀ ਹੋਵੇ ਕਿ ਭਾਵ ਇਹਨਾਂ ਤੋਂ ਕਹਿਣ ਤੋਂ ਭਾਵ ਕਿ ਸਾਰੇ ਸੁੱਖ ਤੇਰੇ ਕੋਲ ਹੋਣ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਣ ਭਰਮਣ ਹੈ। ਪਰ ਇਹ ਸਾਰੀਆਂ ਸੁੱਖ ਸਹੂਲਤਾਂ ਲੈ ਕੇ ਬਿਸਰੰਤ ਹਰ ਗੋਪਾਲ ਹੈ। ਗੋ ਧਰਤੀ, ਪਾਲੈ ਦਰਦ ਪਾਲਣ ਵਾਲਾ। ਇਹ ਨੌਖੰਡ ਧਰਤੀ ਹੈ ਤੇ ਉਸੇ ਦੀ ਪੈਦਾ ਕੀਤੀ ਨਾ। ਇਹ ਜਿਹੜਾ ਨੌਖੰਡ ਧਰਤੀ ਦੇ ਸਾਰੇ ਜੀਵਨ ਨੂੰ ਪਾਲਣ ਵਾਲਾ ਹੈ, ਜੇ ਸਾਰੀ ਧਰਤੀ ਦਾ ਸੁੱਖ ਲੈ ਕੇ ਉਸ ਸੁੱਖ ਦੇਣ ਵਾਲੇ ਦਾਤੇ ਨੂੰ, ਧਰਤੀ ਦੇ ਪਾਲਕ ਨੂੰ ਭੁੱਲ ਗਿਆ। ਬਿਸਰੰਤ ਹਰ ਗੋਪਾਲ ਹੈ ਤੇ ਪ੍ਰਾਣੀ ਉਦਿਆਣ ਭ੍ਰਮਣ ਹੈ। ਤੇਰੇ ਆਪਣੇ ਵੱਲੋਂ ਤੂੰ ਸਮਝਦਾ ਹੋਵੇਗਾ ਕਿ ਇਹ ਸਵਰਗ ਵਰਗੀ ਧਰਤੀ ਸਵਰਗੀ ਹੈ, ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਨਜ਼ਰ ਵਿੱਚ ਇਹ ਜੰਗਲ ਹੈ। ਔਰ ਉਹ ਭਿਆਨਕ ਜੰਗਲ ਹੈ ਜਿਹਦੇ ਵਿੱਚ ਤੂੰ ਗੁੰਮ ਹੀ ਹੋ ਗਿਆ, ਗਵਾਚ ਗਿਆ, ਤੈਨੂੰ ਪਤਾ ਹੀ ਨਹੀਂ ਜਾਣਾ ਕਿਹੜੇ ਪਾਸੇ ਹੈ, ਕਿਉਂਕਿ ਜੀਵਨ ਦਾ ਮਨੋਰਥ ਹੀ ਖੁੰਝ ਗਿਆ। ਸਮਝ ਨਹੀਂ ਲੱਗਿਆ ਕਿ ਮਨੁੱਖਾ ਦੇਹੀ ਲੈ ਕੇ ਆਇਆ ਸਾਂ ਤੇ ਇਸ ਦੇਹੀ ਦਾ ਪ੍ਰਯੋਜਨ ਕੀ ਹੈ ਤੇ ਇਸ ਦੇਹੀ ਵਿੱਚ ਰਹਿ ਕੇ ਕਰਨਾ ਕੀ ਹੈ। ਜੰਗਲ ਹੀ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਸਵਰਗ ਲੋਕ, ਇਹ ਨੌਖੰਡ ਪ੍ਰਿਥਵੀ, ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕਰਕੇ ਸਾਨੂੰ ਜਪਜੀ ਸਾਹਿਬ ਦੇ ਵਿੱਚ ਇੱਕ ਉਦਾਹਰਣ ਦੇ ਕੇ ਸਮਝਾਇਆ। ਹੁਣ ਇਹਦਾ ਭਾਵ ਤੇ ਹੈ ਕਿ ਸਾਰੇ ਸੁੱਖ ਸਹੂਲਤ ਨੇ, ਸਾਰੀ ਧਰਤੀ ਦਾ ਤੂੰ ਰਾਜਾ ਵੀ ਹੋਵੇ। ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਸੁੱਖ ਭੋਗ ਭੋਗ ਕੇ ਤੂੰ ਇਹ ਸੋਚੇ ਕਿ ਉਮਰ ਤੇ ਸਾਰੀ 90 ਸਾਲ 100 ਸਾਲ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਉਮਰ ਭਾਵੇਂ 4 ਯੁੱਗ ਵੀ ਹੋ ਜਾਏ। ਔਰ ਨਾਲੇ ਕਿਰਪਾ ਕਰਦੇ ਨੇ ਜੇ ਤੈਨੂੰ 4 ਯੁੱਗ ਵੀ ਘੱਟ ਲੱਗਦੀ 10 ਗੁਣਾ ਹੋਰ ਨਾਲ ਹੈ, ਉਮਰ 40 ਯੁੱਗ ਵੀ ਹੋ ਜਾਏ ਤੇ 40 ਯੁੱਗਾਂ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਤੇਰੇ ਕੋਲ ਹੋਣ। ਆਪਣੇ ਵੱਲੋਂ ਆਪਣਾ ਨਾਮ ਵੀ ਤੂੰ ਸਾਰਿਆਂ ਦੇ ਵਿੱਚ ਬੜਾ ਚੰਗਾ ਰਖਾਇਆ ਹੋਵੇ। ਚੰਗੇ ਤੋਂ ਭਾਵ ਕਿ ਲੋਕ ਕਹਿੰਦੇ ਹੁਣ ਧਰਮੀ ਬੜਾ ਹੈ, ਪੁੰਨਦਾਨ ਬੜਾ ਕਰਦਾ ਹੈ, ਬੜਾ ਚੰਗਾ ਹੈ। ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉੱਤੇ ਸਮਝਾਇਆ ਜੇ ਤੂੰ ਉਸ ਰੱਬ ਦੀ ਨਜ਼ਰ ਵਿੱਚ ਨਹੀਂ ਨਾ ਆਇਆ, ਜੇ ਉਹਦੀ ਰਹਿਮਤ ਨਹੀਂ ਲਈ, ਉਹਦੀ ਰਹਿਮਤ ਦਾ ਤੂੰ ਪਾਤਰ ਨਹੀਂ ਬਣਿਆ, ਤੇ ਇੰਨੀ ਲੰਬੀ ਉਮਰ, ਇੰਨਾ ਵੱਡਾ ਰਾਜ, ਸਾਰੀ ਸ੍ਰਿਸ਼ਟੀ ਦਾ ਰਾਜ ਤੇਰੇ ਕੋਲ ਹੋਵੇ, ਪਰ ਉਸ ਮਾਲਕ ਦੀ ਨਜ਼ਰ ਵਿੱਚ ਤੂੰ ਇੱਕ ਕੀੜਾ ਹੀ ਹੈ। ਔਰ ਕੀੜਾ ਹੀ ਨਹੀਂ, ਕੀੜਿਆਂ ਦੇ ਅੰਦਰ ਜਿਹੜਾ ਕੀੜਾ ਹੈ ਗੰਦਗੀ ਵਿੱਚ ਪੈਦਾ ਹੋਣ ਵਾਲਾ। ਔਰ ਸਾਰੇ ਦੇ ਸਾਰੇ ਦੋਸਤ ਤੇਰੇ ਸਿਰ ਤੇ ਰੱਖੇ ਜਾਣੇ ਨੇ। ਗੁਰੂ ਸਾਹਿਬ ਨੇ ਫਿਰ ਕਿਰਪਾ ਕਰਕੇ ਸਾਨੂੰ ਸਮਝਾਇਆ, ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ ਦਸੂਣੀ 10 ਗੁਣਾ। ਬਸੰਤ ਸਵਰਗ ਲੋਕ ਹੈ, ਦਿਤ ਤੇ ਪ੍ਰਿਥਵੀ ਨਵ ਖੰਡਨ ਹੈ। 9 ਖੰਡ ਪ੍ਰਿਥਵੀ ਤੇ ਰਾਜ ਕਰੇ ਤੇ 40 ਯੁੱਗ ਹੀ ਕਰ ਲਵੇ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ। ਨਵਖੰਡ ਪ੍ਰਿਥਵੀ ਤੇ ਇਕੱਲਾ ਰਾਜ ਹੀ ਨਹੀਂ, 9 ਖੰਡਾਂ ਦੇ ਵਿੱਚ ਤੇਰਾ ਨਾਮ ਵੀ ਬੜਾ ਚੱਲਦਾ ਹੋਵੇ, ਬੜਾ ਮਸ਼ਹੂਰ ਹੋਵੇ, ਸਾਰੇ ਜਾਣਦੇ ਹੋ। ਔਰ ਸਾਰੇ ਕਹਿੰਦੇ ਹੁਣ ਬੜਾ ਧਰਮੀ ਬੰਦਾ ਹੈ। ਸਤਿਗੁਰੂ ਕਹਿੰਦੇ ਨੇ 9 ਖੰਡਾਂ ਵਿੱਚ ਜਾਣੀਏ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਹੁਣ ਚੰਗਾ ਨਾਂ ਰਖਾਉਣ ਦਾ ਮਤਲਬ ਇਹ ਨਹੀਂ ਕਿ ਨਾਮ ਗੁਰਮੁਖ ਸਿੰਘ ਰਖਾ ਲਿਆ ਤੇ ਬੜਾ ਸੋਹਣਾ। ਚੰਗਾ ਨਾਮ ਤੋਂ ਕਿ ਲੋਕ ਕੰਮ ਵੇਖ ਕੇ ਖੁਸ਼ ਬੜੇ ਨੇ, ਲੋਕ ਕਹਿੰਦੇ ਨੇ ਕਿ ਧਰਮੀ ਬੰਦਾ ਬੜਾ ਚੰਗਾ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਚੇਤੇ ਰੱਖੀ, ਜੇ ਰੱਬ ਨੂੰ ਭੁੱਲ ਗਿਆ, ਜੇ ਉਹਦੀ ਕਿਰਪਾ ਨਾ ਲਈ, ਕਿਰਪਾ ਦਾ ਪਾਤਰ ਨਾ ਬਣਿਆ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਤੇਰੇ ਸਾਰ ਅੱਗੇ ਰੱਬ ਦੇ ਦਰ ਤੇ ਕਿਸੇ ਨਹੀਂ ਲੈਣੀ। ਉੱਥੇ ਤੇ ਕਹਿੰਦੇ ਕੀਟਾਂ ਅੰਦਰ ਕੀਟ, ਕਰ ਦੋਸੇ ਦੋਸ ਧਰੇ। ਕੀੜਿਆਂ ਦੇ ਵਿੱਚ ਕੀੜਾ ਨਜ਼ਰ ਆਉਣਾ ਹੈ ਤੇ ਸਾਰੇ ਦੋਸ਼ ਕੱਢ ਕੇ ਤੇਰੇ ਸਿਰ ਤੇ ਰੱਖ ਦਿੱਤੇ ਜਾਣੇ ਨੇ। ਹੁਣ ਸਤਿਗੁਰੂ ਨੇ ਤੇ ਕਿਰਪਾ ਕਰਕੇ ਅੱਜ ਸਮਝ ਆਇਆ ਕਿ 9 ਖੰਡ ਪ੍ਰਿਥਵੀ ਦਾ ਰਾਜ ਵੀ ਤੇਰੇ ਕੋਲ ਹੋਵੇ, ਇੰਨੇ ਸੁੱਖ ਹੋਣ।
स्वर्ग वर्गी धरती होवे। और एक बेनती होर करते स्वर्ग ते अगे गुरु साहब जी कहते ने नानक कोड़ी नरक बराबर है, जिन्होंने भुला दिता है, जिन्हों के कोल नाम नहीं, वो तो बड़े कूड़ी का इत्थे तक कूड़ी नहीं कोड़ी भयानक जेड़ा ये नरक कहा जाता है। तू तो जिउंदे जी उस नरक के बराबर ही नरक के विच ही गया है। और गुरमत ने इस जेड़ा स्वर्ग ते नरक मरण तो बाद वाला है, इन्हों बिल्कुल ही नहीं मनिया। और संत जनां ने तो बिल्कुल ठोक के कह दिता कि सानू स्वर्ग की भी लोड़ नहीं, नरकां का भी डर नहीं। हाँ, गुरमत ने मन्निया है कि स्वर्ग हुंदा है, गुरमत ने मन्निया है कि नरक भी हुंदा है, पर वो साडे इत्थे जिउंदियां जी है। और सतगुरु जी ने बाणी दे विच बड़ियां थावां ते समझाया है। देखो नरक की है कि एक घर वो जिहड़ा चंगा भला हसदा वसदा खेडदा होवे, और खिमा करना शब्द वरत लग्या क्योंकि गुरु की बाणी के शब्द ने, उस घर दे विच एक नूंह ऐसी आ जाए, और बहुत घरां विच हुंदे है कि जिहड़े अत दे ज़्यादा कलेश करदी होवे, हर वेले 24 घंटे कलेश रहिंदा होवे, तो उस घर को की कहा जाएगा जी? उदों वध नरक भी कितों होएगा। पर वो एक घर जिथे हर वेले जुआ चलता होवे, शराब चलती होवे, माड़े विचार चलते हो, उस घर में एक नूंह ऐसी आ जाए कि जिंदे अंदर गुरमत है, जिंदे अंदर निम्रता है। और गुरु साहब जी तो ये कहते हैं जिंदे अंदर 32 ते 32 गुण ने, उस नरक वर्गे घर में वो आके स्वर्ग बना देती है। जिथे गुरु साहब जी ने पावन वचन वरते ने, 32 सुलखणी संचत सत सूत, 32 गुणा वाली वो भागा वाली इस्त्री जन्म घर में आ जाए, नरक वर्गे घर में स्वर्ग बना देती है। और सतगुरु जी कृपा करते हैं, असल में वो घर नरक है जिथे नाम नहीं। और गुरु साहब ने कृपा कर भी कहा कि नरक जो होंगे भी नहीं ना, कहते जितने नरक से मनमुख भोगे गुरमुख लेपना मसा है। ये जो कोई नरक होंगे भी नहीं तो फिर है मनमुखा मस्ती, क्योंकि जिहड़ा गुरमुख है, गुरमुख ने लड़ाई करनी नहीं, कलेश करना ही नहीं, झगड़ा करना ही नहीं, उन्होंने इस नरकों का लेस मात्र भी किते दोष नहीं लगता, ना इन्हों की परवाह करता है। हुण नरक किहड़ा ते स्वर्ग किहड़ा? सतगुरु ने कृपा की पावन वचन किया है, कहते जिथे नाम जपिए प्रभ प्यारे, से अस्थिल सोहण चौबारे। जिथे नाम जपिया जाता वो कर, वो चुबारे हिरदे रूपी कर, बड़े सोहने ने। बस एक कह लो कि उत्थे स्वर्ग ही है। हुण देखो जिथे दादी आप पोते पोते को आवाज़ मार के उठाउंदी होवे कि उठो भाई जपजी साहब का पाठ बैठ के करिए, उठो भाई सोदर का समा हो गया, सारे मिल के करने। और असल में वो ही घर स्वर्ग है, वो चलते फिरते लोग ही स्वर्ग ने। और सतगुरु जी ने पावन वचन किया, जिथे नाम जपिए प्रभ प्यारे, से अस्थिर सोइन चौबारे। जिथे नाम न जपिए मेरे गोइंदा, से नगर उजाड़ी जी। वो तो नगर शहर उजाड़ की तरह ने जिथे नाम जपे नहीं जाता। हुण गुरु साहब जी ने कृपा की, एक स्वर्ग ते नरक सानू उस पुजारी ने दिता कि जिन्हें कह दिता मरण तो बाद है। एक कहानी पढ़ रहा सा कि शायद मैं इंटरनेट तो कितों सुनी, और जिहड़ी कहानी केवल समझण मात्र होंदी है। उस कहानीकार ने एक स्वर्ग बनाया तो एक नरक बनाया, मनो गढ़त। फिर बेनती करता कि झूठ ही। और कई बार जिहड़ी झूठ दीयां कहानियां ने, इहदे विचों सानू सिक्ख्या बड़ी वड्डी मिलती है कि जिहड़ा दस्सिया जाता सी कि कोई चित्रगुप्त है वो डायरी लैके बैठा है,
एक पासे स्वर्ग के दरवाजे ने, एक पासे नरक के दरवाजे ने। हुण जिहड़ा चित्रगुप्त उनका हिसाब तां बड़ा सौखा जिहा सी कि जिंदे 51% पाप होण उहनूं सीधा नरकां च, ते जिंदे 51% जो उस तो उत्ते पुण्य उहनूं सीधा स्वर्गां च। भी जिंदा एक भी पाप वध गया वो नरकां च, जां एक भी पुण्य वध गया तो स्वर्गां च। हुण कहानीकार लिखदा है कि एक दी मौत हुई, जमदूत लैके गए। धर्मराजे ने जो वही खाता कढ़िया तो की वेखदा कि 50% उन्हें चंगे काम किए ने, 50% ही माड़े किए। धर्मराज बड़ा दुखी सिर फड़ के बैठा कि हुण इहनूं नरकां च घल्लां कि स्वर्गां च घल्लां। कहंदे इन्ने नूं जमराज भी आ गया। जमराज ने वेख्या कि धर्मराज दुखी बैठा च। कहंदा धर्मराज तैनूं की होया? ते धर्मराज कहंदा पहली बारी बंदा आया कि हुण करा कि 50% ही चंगे काम ने, 50 ही माड़े ने। नरकां च भेजा कि स्वर्गां च भेजा? हुण यमराज ने कह दिता कि इनते ते छड्ड दे, इनूं खुली छूट दे दे। इनूं पुछ के पहलू स्वर्गां च जाना कि पहलू नरकां च जाना। अद्धे अद्धे कर दिंदे। हुण जदों पुछया वो कहंदा पहलों विखाओ कि स्वर्ग किहड़े ने ते नरक किहड़े ने। कहते जो नरकों के लैके गए कि वेखते हैं दोपहर का समा है, क्योंकि अपने मन के मुताबिक बनाया ना स्वर्ग, नरक ते स्वर्ग। कहते कुर्सी लगी, कुर्सियां लगियां ने, टेबल लगे ने, लोग जिहड़े रोटी खाने वास्ते बैठे ने। पर वो जिहड़े रोटी खाण लई बैठे ने उन्होंने हथ बिल्कुल डंडे की तरह सीधे रहिंदे ने, मुड़ते नहीं। बुरकी तो फड़ते ने, रोटी फड़ते ने, पर मूँह तक आउंदी नहीं। तो फिर खिच खिच के एक दूजे तो कि ये मूँह दे विच ते पैंदी नहीं, खाधी जाती नहीं। भांडे चुक चुक के सुटते हैं। किसी के उत्ते दाल वगाई, किसी के उत्ते चौल वगाए, कोई भांडा किधर नूं सुटते हैं। वो कहता कि दुहाई रब दी ये नरक है, मैं नहीं इन्हां नरकां च जाना। कहते चलो स्वर्ग विखा दिंदे आ। हुण स्वर्ग दे विच कि समा उत्थे भी उही है, रोटी उत्थे भी लगी है, और जिहड़े लोग ने हथ उन्हां दे भी नहीं मुड़दे, बिल्कुल सीधे आकड़े हुए। पर वो करते कि ने कि एक दूजे के सामने बैठे ने, रोटी बुरके फड़ते ने। एक सामने वाले के मूँह च पा दिंदा है तो दूसरा सामने वाले के मूँह च पा दिंदा है, आराम नाल बैठे खा रहे हैं। और देखो एक समझण वास्ते कहानी है, जिहड़े घर दे विच प्यार इन्ना होवे कि अपने मूँह च पवे ना पवे, पर भरा भैन जिहड़े होर घर परिवार दे ने वो भुखे ना रहन। हर किसी दे अंदर इन्ना प्यार होवे ते सचमुच ही स्वर्ग है। और सतगुरु जी ने कृपा की, बाबा कबीर जी कहते हैं ये पुजारी, ये जिहड़ा स्वर्ग ते नरक तू सानू विखाया है ना, सानू नहीं चाहिए। और पुजारी ने ते तो तक कह दिता सी, बनारस में भगत नामदेव जी का पावन वचन भी है कि उन्हें खूह दे विच आरा ही ला दिता सी, खूह 'च छाल मारो, आरे नाल वड्डे जाओ, स्वर्गां नूं जाओगे। उत्ते भगत नामदेव जी कहते हैं दान लेंदे सन, सानू दान दे दे, सारा कुछ सानू दे दो, तुसीं खूह 'च जाओ। जिन्हों आपां पंजाबी 'च कहने जा ढट्ठे खूह 'च, वो कहते सन आरे वाले खूह 'च छाल मार। भगत नामदेव जी का पावन बचन है, कहते अस दान गज दान, अस घोड़ा गज हाथी, ते अज दे हाथी घोड़े कर लिए गड्डियां, पे सानू महंगे तो महंगे गड्डियां दान कर। अस दान गज दान, सेजा नारी भूम दान, सेजा नारी। लोग इतों तक अपन घर वालियां भी दान करते सन, पंडित के कहण दे, ब्राह्मण के कहण दे, कि सोहनी सेज सोहना महंगा पलंग होवे उहदे उत्ते बिठा के सने पलंग दे जो। अस दान गज दान, सेजा नारी भूम दान, भूम धरती।
अपना घर अपनी जमीन सारा कुछ साढ़े नाल कर दो, तुसीं जाओ खूह 'ਚ, ਤੁਹਾਨੂੰ स्वर्ग मिल जाएगा। पर किसी ने नहीं हिम्मत की कि स्वर्ग इहदे विच जाके आरे नाल वढ के मिलता है। तो पंडित जी फिर तो तेनों सब तो पहले छाल मारनी चाहिए सी। सानू स्वर्ग दे रहा है, आप तो विच जा नहीं रहा। उत्थे भगत जी ने ठोक के कहा कि पंडित जी सानू नहीं चाहिए नरक स्वर्ग। कहते कौन नरक क्या सुर्ग विचारा, संतन दो राधे, राधे का भाव के रद्द किए, संतां ने तो दोनों को रद्द किया, कोई नरक नहीं कोई स्वर्ग नहीं। कौन नरक क्या स्वर्ग विचारा, कहते विचारा स्वर्ग है कितने। साढ़े लिए तो स्वर्ग उत्थे जिथे गुरु का नाम है, जिथे प्रेम है, जिथे प्यार है। कौन नरक क्या स्वर्ग विचारा, संतन दो राधे, हम काहू के काल न करते, अपने गुर प्रसादे। देखो कान दर्द एक तो होंदा किसी की ईन नहीं मनते, सानू किसी की कान नहीं, तो एक कान शब्द मौत भी वरते जाता सी। साडे पिंडां दे विच आम कुछ लोगों की भाषा सी कि असीं काणे जाना है। ये कह दे कि भगत कबीर जी कहते नरक स्वर्ग देने वाले असीं मकान भी नहीं जाते, इस रस्ते नहीं जाते। सुरग बासना बांसिया डरिया ना नरक निवास, सानू स्वर्गां दे विच वसन की कोई चाहत नहीं, तुहाडे बनाए हुए नरकां दा कोई डर नहीं। कहते सुरग बासना बांसिया डरिया ना नरक निवास, होना है सो हुई है मने न कीजे आस। ये जड़ा मरण तो बाद नरक ते स्वर्ग तुसीं सानू दसदे हो, वो तो जो मरांगे फिर वेखी जाएगी, जो कुछ होना तो हो ही जाना है। बाबा कबीर जी कहते हैं कि सुर्ग बास ना बांछिया डरिया न नरक निवास, होना है सो हुई है, जो मरांगे देखी जाएगी, जो कुछ होना हो जाएगा। मने न कीजे आस, असी नहीं आस करते किसी नरक की या स्वर्ग की। इत्थे गुरु साहब जी ने उदाहरण दी कि जे नरक स्वर्ग को कोई मानता है, वो इस धरती ते है, ये सारी धरती स्वर्ग वर्गी सारी ते राज कर लवे, पर दित्तियां हुई दातां लैके इन्ने सुख भोग के उस देने वाले दाते नूं जे भुल जे, कहते बिसरंत हर गोपाल है नानक, ते प्राणी उदयान भरमण है। कहते असल विच रब नूं भुलण वाला वो फिर इस तरह है जिवें जंगल दे विच भटकिया होया है। हुण सतगुरु जी ने कृपा की, जंगल च भटकना की है जी, अगे जाके गुरु साहब जी ने कृपा भी करनी है कि जंगल विच भटकना की है। भाई साहब भाई गुरदास जी कहते हैं कि इवें दे भटकना कि हद हो गई, जिहड़ी बिल्कुल है नहीं पर लगता कि सचमुच असलीयत है। उदाहरण दी एक मिर्ग दी कि गर्मी दे विच मारूथल दे विच जदों धुप चमकदी है तो धुप दे नाल रेत जिहड़ी इन्नी ज़्यादा चमकदी है कि उस प्यास दे नाल मरदे हुए मिर्ग नूं हिरन नूं लगदा कि सामने पानी है, क्योंकि रेत चमकदी है, तो भज के जाता है। पर जदों अगे पहुँचते सचमुच तो है तो पानी नहीं रेत है, वो होर अगे चमकदे कि शायद अगे पानी होवे, समझ नहीं पैंदी। उत्ते भाई साहब ने तो उदाहरण दिते, असल में है साडे अंदर की हालत। ये संसार जिहड़ा है चमकदी हुई रेत की तरह है, तो संसार दे ना पदार्थां नूं चमकदे हुए रेत नूं असीं हकीकत समझ बैठे, असीं इहनूं स्वर्ग समझ बैठे, तो इहदे विचों किते नरक की जिहड़ी कल्पना कर ली। भाई साहब भाई गुरदास जी कहते हैं जैसे मृग तृष्णा नूं धावे मृग त्रिखावंत, आवत न शांत परम परमत हैरानो है। और उस कवित के अखीर में जाके कृपा की, कवित मैं पढ़ दिया
कहते जैसे मृग तृष्णा नु धावे मृग त्रिखावंत आवे न शांत परम परमत हैरानो है। जैसे अंध जेवरी बंदत अंदर अचिंत चित खात जात बशरो टटोरो पछतानो है। जैसे मृग तृष्णा नु धावे मृग त्रिखावंत आवत न शांत परम परमत हैरानो है। तैसे ही सुपनंतर दिसंतर बहाई गई। उस तरह सारी उम्र सुपने की तरह लंघ गई। सानू लगता है कि सच है हकीकत है पर पल्ले कुछ भी नहीं। कहते पहुँच ना सको जहाँ मोहे जानो है। क्योंकि जे भुलेखे में पे रवांगे जे इस उद्यान के जंगल के भटके रवांगे तो पहुँचांगे कितने। सतगुरु कहते हैं रब नूं भुलिया होया बिल्कुल इस तरह है कि जिवें एक जंगल के मनुख रस्ता भटक गया हो। कौतक कूड़ तमाशिया चेतन आवसनाओ। धन गुरु अर्जन देव सच्चे पातशाह जी अगली पंक्ति च कृपा करके सानू समझाते हैं। कौतक कूड़ तमाशिया ये करोड़ा ही तमाशे वेख के दुनिया के ये सारे रुपये पैसे पदार्थ तेरे को बड़े ने तो इन्हां रंग तमाशियां दे विच चेतन आव सुनाओ। जे तेनों रब दा नां चेते नहीं ना आया तो सतगुरु कहते हैं फिर याद रखी नानक कोड़े नरक बराबर उजड़ सोए थाओ वो थां उजाड़ है। तो तेरा जीवन बिल्कुल उस तरह का है जिवें भयानक नरक दे विच कोई नरके पिया होया दुख भोग रहा हो। क्योंकि रंग तमाशे लगते हैं उतों तो लगते हैं कि बड़ा नज़ारा है पर सतगुरु कहते हैं असल में उजाड़ है। यही जे नरक कहा जाए तो यही नरक है जिथे रब भुल गया। पौड़े महाभ्यान उदयान नगर कर मानिया। हुण सतगुरु कहते हैं महाभ्यान उदयान उद्यान बियाबान जंगल जिन्हों तो नगर कर मानिया। एक शहर एक वसदा हसदा नगर समझ लिया। सतगुरु कहते हैं तो बड़ा भयानक जंगल है। क्यों तेनों पता ही नहीं कि जाना किहड़े पासे है तू आया किधर लिसे। तो जंगल च भी कुछ होंदा ना राह भुल गया पता ही नहीं जाना किधर है। तो जे मनुखा देह लैके इस देह का प्रयोजन ही तेनों पता नहीं लगे कि संसार दे विच आके आया कहते लिसे करना की है तो कर की रहा है। प्राणी तो आया लाहा लैन लगा कित कु पकड़ै सब मुकदे चले रैन। आया तो लाहा लैन से पर होर ही पुठे कामां च पै गया। उस लाहे नूं भुल गया और वो लाहा सतगुरु कहते हैं केवल इक्को है जिन्हें नाल जाना। धन गुरु अर्जन देव जी के पावन बचन ने और आप पढ़ते हैं एकस हर के नाम बिन अगे लईए खोह। बाकी तो भावें जिन्हें मर्जी धर्म के कर्म किए ने समाज के कर्म किए ने चंगे कर्म जिन्हें मर्जी किए हो जे नाम नहीं तो गुरु साहब जी कहते हैं किते हुए कर्मों तेरे किसे लेखे नहीं वो खू ले जाने। जेड़ा लाहा लैना सी जो कोई नहीं लिया पता ही नहीं लग्या कि आया कि नहीं तो फिर सतगुरु कहते हैं महाभ्यान ही है ना उजाड़ ही है पर तू इनू नगर करके समझ लिया। झूठ समगरे पेख सच कर जाने कहते पदार्थ जेडे ने समगरी पदार्थ है तो झूठ। हुण झूठ का अर्थ की है जी झूठ वो कि जिन्हें सदा नहीं रहना जिन्हें नाश हो जाना है। पदार्थ ये सारे पदार्थ ने कार परिवार रुपया पैसा तो जे आप कहेंगे रुपया ना खर्चिए तो कितने नाश हो जाएगा। वो तो हो सकता टिक जे कुछ पर तू तो चले जाना है ना। हुण सतगुरु जी कहते है तो झूठ झूठ समगरी पेख सच कर मानिया। इनू सच करके जान लिया
ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਹਰ ਚੰਦਿਓਰੀ ਦੇਖ ਕੇ, ਹਰ ਚੰਦਿਓਰੀ ਦੇਖ ਕੇ ਕਰਦੇ ਪਰਵਾਸਾ। ਅਸਲ ਵਿੱਚ ਬੱਦਲਾਂ ਦੇ ਵਿੱਚ ਕਈ ਵਾਰੀ ਲੱਗਦਾ ਕਿ ਬਹੁਤ ਸਾਰੇ ਘਰ ਜੇ ਬਣੇ ਨੇ। ਪੂਰੇ ਵੈਸ਼ਨਵ ਮੱਤ ਦੇ, ਹਿੰਦੂ ਮੱਤ ਦੀ ਕਹਿ ਲਈਏ, ਉਹਨਾਂ ਦੀ ਇੱਕ ਮਿੱਥ ਹੈ ਕਿ ਹਰੀਚੰਦ ਰਾਜੇ ਦੀ ਕੋਈ ਨਗਰੀ ਹੈ। ਲੋਕ ਭਾਈ ਸਾਹਿਬ ਜੀ ਕਹਿੰਦੇ ਨੇ ਵੇਖ ਕੇ ਪਰਵਾਸਾ ਵੀ ਕਰ ਲੈਂਦੇ ਨੇ, ਪਰ ਉਹ ਨਗਰੀ ਅੱਜ ਤੱਕ ਕਿਸੇ ਨੇ ਵੇਖੀ ਤੇ ਨਹੀਂ ਨਾ, ਕੇਵਲ ਮਿੱਥ ਹੀ ਹੈ ਨਾ। ਬਸ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸੰਸਾਰ ਨੂੰ ਬੰਦਾ ਵੇਖ ਕੇ ਸੱਚ ਸਮਝ ਲੈਂਦਾ ਹੈ। ਸੱਚ ਕਰ ਜਾਣਿਆ ਹੈ ਝੂਠ। ਤੇ ਇਹ ਸੱਚ ਲੱਗਦਾ ਕਿਉਂ ਹੈ? ਜੋ ਕੁਝ ਸੱਚ ਹੈ ਉਹ ਨਜ਼ਰ ਕਿਉਂ ਨਹੀਂ ਆਉਂਦਾ ਜੀ? ਸਤਿਗੁਰੂ ਕਹਿੰਦੇ ਨੇ, ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ। ਕਿਉਂਕਿ ਮਨ ਦੇ ਪਿੱਛੇ ਚੱਲਣ ਵਾਲਾ ਕਾਮ ਦੇ ਵਿੱਚ ਅੰਨਾ ਹੋ ਗਿਆ, ਕ੍ਰੋਧ ਦੇ ਵਿੱਚ ਨਜ਼ਰ ਕੁਝ ਨਹੀਂ ਹੁੰਦਾ, ਹੰਕਾਰ ਕੁਝ ਸੋਚਣ ਹੀ ਨਹੀਂ ਦਿੰਦਾ। ਬਸ ਜਿਵੇਂ ਮੂਰਖ ਦੀਵਾਨੇ ਤੁਰੇ ਫਿਰਦੇ ਨੇ, ਸੰਸਾਰ ਦੇ ਵਿੱਚ ਤੁਰਿਆ ਤੇ ਫਿਰਦਾ ਹੈ, ਪਰ ਉਹਨਾਂ ਦੀਵਾਨਿਆਂ ਦੀ ਗੱਲ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਕਹਿੰਦੇ ਸਾਰਾ ਜੀਵਨ ਇਸੇ ਤਰ੍ਹਾਂ ਕਾਮ ਕ੍ਰੋਧ ਹੰਕਾਰ ਦੇ ਵਿੱਚ ਦੀਵਾਨੇ ਹੋਏ ਨੇ ਕੱਢ ਦਿੱਤਾ। ਤੇ ਜਦੋਂ ਜਮਾਂ ਦਾ ਡੰਡ ਆ ਕੇ ਵੱਜਿਆ ਸਿਰ ਤੇ ਉਦੋਂ ਝਾਤ ਮਾਰ ਕੇ ਵੇਖੀ, ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਮਿਲਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਜਿਹੜੇ ਗੁਰੂ ਵਾਲੇ ਨਹੀਂ ਬਣੇ, ਗੁਰੂ ਧਾਰਨ ਨਹੀਂ ਕੀਤਾ, ਪੂਰੇ ਗੁਰੂ ਤੋਂ ਬਿਨਾਂ, ਸਤਿਗੁਰੂ ਕਹਿੰਦੇ ਨੇ ਫਿਰੇ ਸ਼ੈਤਾਨਿਆ। ਉਹ ਕੇਵਲ ਇੱਕ ਸ਼ੈਤਾਨ ਦੀ ਤਰ੍ਹਾਂ ਹੈ। ਹੁਣ ਸਤਿਗੁਰੂ ਨੇ ਦੇਖੋ ਸ਼ੁਰੂ ਦੇ ਵਿੱਚ ਕਿਰਪਾ ਕੀਤੀ ਕਿ ਸਵਰਗ ਵਰਗੇ ਧਰਤੀ ਤੇ ਵਸਦਾ ਹੋਵੇ ਔਰ ਸਾਰੇ ਨੌਖੰਡ ਦੀ ਧਰਤੀ ਤੇ ਰਾਜ ਹੋਵੇ, ਪਰ ਸਤਿਗੁਰੂ ਜੀ ਕਹਿੰਦੇ ਜਿਹਨੇ ਨਾਮ ਨਹੀਂ ਹੈ ਤੇ ਸ਼ੈਤਾਨ ਜੀ। ਉਹ ਰਾਜਾ ਜਾਂ ਇਨਸਾਨ ਤੇ ਕੀ, ਗੁਰੂ ਸਾਹਿਬ ਜੀ ਕਹਿੰਦੇ ਨੇ ਸ਼ੈਤਾਨ ਹੈ। ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਤੇ ਸਤਿਗੁਰੂ ਜੀ ਕਿਰਪਾ ਕਰਨ, ਇਹ ਮਨ ਵੀ ਹੈ ਤੇ ਸ਼ੈਤਾਨ, ਪਰ ਗੁਰੂ ਸਾਹਿਬ ਜੀ ਕਿਰਪਾ ਕਰਨ, ਸ਼ਬਦ ਦੇ ਡੋਰੇ ਜੇ ਕਿਤੇ ਫੜਾ ਦੇਣ, ਸ਼ਬਦ ਦੇ ਲੁਗਾਮ ਇਸ ਮਨ ਨੂੰ ਪੈ ਜੇ ਤੇ ਇਹ ਸ਼ੈਤਾਨ ਮਨ ਵੀ ਫਿਰ ਦੇਵਤਾ ਬਣਦੇ ਹੋਏ, ਗੁਰੂ ਸਾਹਿਬ ਜੀ ਕਹਿੰਦੇ ਨੇ ਸਮਾਂ ਵੀ ਨਹੀਂ ਲੱਗਦਾ। ਸਤਿਗੁਰੂ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਬਲਿਹਾਰੀ ਗੁਰੇ ਆਪਣੇ ਦਿਹਾੜੇ ਸਤਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ। ਤੇ ਇਹ ਮਨੁੱਖਾਂ ਤੋਂ ਦੈਵੀ ਗੁਣ ਵਾਲੇ ਬਣਾਂਗੇ ਤਾਂ ਜੇ ਸ਼ਬਦ ਗੁਰੂ ਦੇ ਲੜ ਲੱਗਾਂਗੇ, ਸ਼ਬਦ ਦਾ ਪੱਲਾ ਫੜਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ। ਇੱਕ ਓੰਕਾਰ
सतगुर प्रसाद आनंद पया मेरे माए। सतगुरु मैं सतगुरता पाया सहज सेते मन वजिया। राग रतन परवार परियां शब्द गावण। शब्द होता गावो हरि केरा मन जिनी। कह नानक आनंद हुआ सतगुरु मैं। हे मन मेरे तू सदा रहो। हर नाल रहो तुम मन मेरे दुख सब। अंगीकारो करे तेरा कारज। सबना गला समरथ स्वामी सो क्यों। कह नानक मन मेरे सदा रहो। साचे साहिबा क्या नहीं। करता तेरा सब किश है जिस देह सो। सदा सिफत साला तेरी नाम मन। नाम जिनका मन वसया वाजे। कह नानक सच्चे साहिब क्या नहीं। कर तेरा साचा नाम मेरा। साच नाम आधार मेरा जन भुखा सब। कर शांत सुख मन आए वसया जन इच्छा सब। सदा कुर्बान किता गुरु विटों जय दिया। कह नानक सुनो संतो शब्द प्यारो। साचा नाम मेरा वाजे पंच शब्द। घर सुभागै घर सुभागै शब्द वाजे कला जित कर। पंचदूत तुम वस किते काल कंटक। तुर करम पाया तुत जिम को से नाम हर के। कह नानक तै सुखोआ तित घर। आनंद सुनो वड भाग्यो। सगल मनोरथ पूरे। पार ब्रह्म प्रभ पाया। उपरे सगल दुख रोग संताप उतरे। सुनी साचे साजन भय सरसे। पूरे पुरते सुनते पुनीत कहते पवित। सतगुरु रहा बिनवंत नानक गुर चरण लागे। वाजे अनाथ सुनते पुनीत कहते पवित। सतगुरु रहा बिनवंत नानक गुर चरण लागे। वाजे अनाथ। वाहिगुरु जी का खालसा वाहिगुरु जी की फतेह। टूटा कर तुम हरदास जियो पिंड सब। मात पिता हम बालिक तेरे। तुम्हारी कृपा में कोई न जाने तुमरा अंत। ऊंचे से ऊंचा भगवान सगल समग्री तुमरा सूत्र तारी। तुम ते हो सो आज्ञाकारी। तुमरे गत वित तुम ही जानी। नानक दास सदा कुर्बानी। वाहिगुरु वाहिगुरु वाहिगुरु। एक ओंकार। वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रीतम भगवती सिमर का गुरु नानक देव ते आए। जिन्हों भगवती अमरदास रामदास हमें सहाय अर्जुन हर गोबिंद नु। सिमरों श्री हर राय श्री हर कृष्ण ते आइया। जिस डिठन सब दुख जाए
तेग बहादुर सिमरै घर नाम दियावे तारे सब थाई होनी सहाय दसम पातशाह श्री गुरु गोबिंद सिंह साहिब जी सब थाई होनी सहाय दसम पातशाह दी जोत श्री गुरु ग्रंथ साहिब जी दे पाठ तार दा ध्यान करके बोलो जी पंजा प्यारियां चौहान साहिबजादियां 40 मुक्तियां हठियां जपियां तपियां जिन्हां नाम जपिया वंड छकिया देख चलाई ते गवाही दे के निट किता तिन्हां प्यारियां सचरण कमाई दा ध्यान करके खालसा जी बोलो जी जिन्हां ਸਿੰਘਾਂ ਸਿੰਘਣੀਆਂ ਧਰਮ ਹੈ ਸਿਸ ਦਿੱਤੇ ਬੰਦ ਬੰਦ ਕਟਾਏ ਕੁਕਰੀਆਂ ਰੋਹਾਈਆਂ ਚ ਰੱਖੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾ ਸੋਸਾ ਸੰਗ ਨਿਭਾਈ ਤਿੰਨਾਂ ਦੇ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ प्रथम सबत खालसा जी की अरदास है जी सबत खालसा जी को वाहिगुरु 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 चित्ते आवे का सदका सर्व सुख होए जहां जहां खालसा जी साहिब तहां तहां रक्षा रियायत तो देते फतेह बुद्ध के बैल पंथ के जी श्री सब जी सहाय खालसा जी के बोल बाले बोलो जी ਵਾਹਿਗੁਰੂ सिक्खा ਨੂੰ सिक्खी दान केस दान रहत दान विवेक दान विसा दान भरोसा दान धन सिर दान नाम दान श्री ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰਾਖਾ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਿੱਤਾ ਜਿਸ ਨੂੰ ਨਨਕਾਣਾ ਸਾਹਿਬ ਤੋਂ ਗੁਰਦੁਆਰੇ ਨੂੰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜਿਹੜੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਕੋਟਾ ਅਨੁਕੂਟ ਸ਼ੁਕਰ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਧੰਨ ਧੰਨ ਮਾਤਾ ਰਾਜਕੌਰ ਜੀ ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਅੰਦਰ ਪੰਜ ਬਾਣੀਆਂ ਨਿਤਨੇਮ ਆਸਾ ਕੀ ਵਾਰ ਸ਼ਬਦ ਕੀਰਤਨ ਸ਼ਬਦ ਵਿਚਾਰ ਸ਼ਿਵ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਦੀ ਸਮਤ ਬਖਸ਼ਣੀ ਪੜੀ ਸੁਣੀ ਬਾਣੀ ਦਰ ਪ੍ਰਵਾਨ ਕਰਨੀ ਬਾਣੀ ਦਾ ਭਾਵ ਦਾਰਾਈ ਸਾਧ ਸੰਗਤ ਜਿਨ੍ਹਾਂ ਪੜਿਆ ਸੁਣਿਆ ਤਿੰਨਾਂ ਦੇ ਹਿਰਦੇ ਤੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਂ ਅੰਦਰ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਘਰਾਂ ਪਰਿਵਾਰਾਂ ਦੇ ਵਿੱਚ ਸੁਖ ਵਰਤਾਉਣੇ ਬੱਚਿਆਂ ਨੂੰ ਗੁਰਸਿੱਖੀ ਮਾਰਗ ਆਪ ਦੇ ਦਰ ਘਰ ਦਾ ਪਿਆਰ ਬਖਸ਼ਿਸ਼ ਕਰਨਾ ਗੁਰੂ ਗਰੀਬ ਨਵਾਜ ਜੀ ਆਪ ਦੇ ਦਰ ਘਰ ਦੇ ਸੇਵਕ ਭਾਈ ਗੁਰਨੈਬ ਸਿੰਘ ਸਮੂਹ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੇ ਦੇਖ ਸੱਜ ਕੇ ਹਾਜ਼ਰ ਹੋਏ ਆਪ ਦੇ ਦਰ ਪ੍ਰਵਾਨ ਹੋ ਗਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਚ ਵਰਤਾਉਣ ਤੇ ਆਗੇ ਬਖਸ਼ਿਸ਼ ਕਰਨੀ ਜੀ ਕਿਰਪਾ ਕਰਨੀ ਜਿਨ੍ਹਾਂ ਭਾਵਨਾ ਕਰਕੇ ਸੇਵਕ ਪਰਿਵਾਰ ਨੇ ਆਪ ਦੇ ਚਰਨ ਪਰਸੇ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕੰਮੋ ਕਾਰਾਂ ਚ ਵਾਧੇ ਬਖਸ਼ਣੇ ਜੀ ਆਪ ਦੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਰਹਿਣ ਜੀ ਕਰੋ ਕਿਰਪਾ ਆਪ ਜੀ ਦਾ ਪਾਵਨ ਹੁਕਮ ਬਖਸ਼ੋ ਜੀ ਆਪ ਜੀ ਦੇ ਹੁਕਮ ਅਨੁਸਾਰ ਚੱਲਣ ਦੀ ਸਮਰੱਥਾ ਸੋਝੀ ਬਖਸ਼ਿਸ਼ ਕਰਨੀ ਸਹੀ ਜਨ ਪਿਆਰੇ ਮਿਲਣੇ ਜਿਹੜਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝੈ ਬੋਝ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਏ ਕੁਮਾਰ ਹੋਏ ਸਭ ਮਿਲਾਂਗੇ ਜੇ ਸ਼ਰਨ
ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ।